छोटे छोटे बच्चे थे, क्या करते थे? स्कूल नहीं जाते थे, पढ़ाई नहीं करते थे, सारे नशे पत्ते में बड़े होते गए। जैसे जैसे बड़े होते गए, जैसे जैसे माहौल देखते गए, ऐसे ऐसे बिगड़ते गए। 2 लड़के हमारे थे, गुजर गए नशे में। काम धंधा नहीं था, पढ़ाई नहीं थी। पढ़ाई नहीं होती तो कुछ काम धंधा भी करते। तो मेरे सरदार जी ने मारा सी, कुछ भी से घर जला दिया। 5 बच्चे, 5 बच्चे मेरे अनपढ़ रह गए, कोई पढ़िया लिखिया नहीं ते बच्चे पीछे आवारागर्दी करते। बहुत सारे बच्चे ने इस तरह नशे विच, कुड़ियां नशे विच, बच्चे मुंडे नशे विच, सारे बच्चों की सारी जिंदगी खराब हो गई। जिंदगी खराब हो गई साढ़े वास्ते बच्चों की। पहले उन्होंने रोए जो हुण दे बच्चों का पर परिवार के बंदे गए हैं, नौजवान बच्चे गए हैं साढ़े। की किया सरकार ने साढ़े वास्ते? कुछ भी नहीं किया। 1984 ਦੇ ਦਿੱਲੀ ਸਿੱਖ ਕਤਲੇਆਮ ਨੇ ਸਿੱਖਾਂ ਦੀ ਰੂਹ ਤੇ ਅਜਿਹੇ ਜ਼ਖਮ ਦਿੱਤੇ ਜਿਨ੍ਹਾਂ ਦਾ ਦਰਦ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਮਹਿਸੂਸ ਕਰਦੀ ਰਹੇਗੀ। 84 ਦੇ ਸਿੱਖ ਕਤਲੇਆਮ ਵਿੱਚ ਸਿਰਫ ਸਿੱਖਾਂ ਨੂੰ ਕਤਲ ਹੀ ਨਹੀਂ ਕੀਤਾ ਗਿਆ, ਸਗੋਂ ਪੀੜਤ ਸਿੱਖ ਪਰਿਵਾਰਾਂ ਨੂੰ ਅਜਿਹੇ ਡੂੰਘੇ ਜ਼ਖਮ ਦਿੱਤੇ ਜਿਸ ਦੀ ਚੀਜ਼ ਪਰਿਵਾਰਾਂ ਨੂੰ ਅੱਜ ਵੀ ਦੁੱਖ ਦਿੰਦੀ ਹੈ। ਪੀੜਤ ਪਰਿਵਾਰਾਂ ਦੇ ਇਹਨਾਂ ਜ਼ਖਮਾਂ ਨੂੰ ਨਸ਼ਰ ਕੀਤਾ ਘੱਟ ਗਿਣਤੀਆਂ ਕਮਿਸ਼ਨ ਦੀ ਰਿਪੋਰਟ ਨੇ। ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਕਿਵੇਂ ਪੀੜਤ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਗਰੀਬੀ, ਅਨਪੜ੍ਹਤਾ ਤੇ ਨਸ਼ਿਆਂ ਵੱਲ ਧੱਕ ਦਿੱਤਾ ਗਿਆ। 1984 ਨੂੰ ਜਦ 31 ਅਕਤੂਬਰ ਨੂੰ ਇੰਦਰਾ ਗਾਂਧੀ ਮਰੀ ਸੀ, ਉਸ ਟਾਈਮ ਮੇਰੀ ਉਮਰ 11 ਸਾਲ ਦੀ ਸੀ। 1 ਨਵੰਬਰ ਨੂੰ ਸਵੇਰੇ ਸਾਡੇ ਤਰਲੋਕਪੁਰੀ ਅਸੀਂ ਰਹਿੰਦੇ ਸੀ। ਮੇਰੇ ਪਰਿਵਾਰ ਦੇ 7 ਲੋਕਾਂ ਨੂੰ ਮੇਰੇ ਅੱਖਾਂ ਦੇ ਸਾਹਮਣੇ ਜਿੰਦਾ ਸਾੜਤਾ ਸੀ। ਮੇਰੇ ਫਾਦਰ ਨੂੰ, ਮੇਰੇ ਚਾਚਾ ਨੂੰ, ਮੇਰੇ ਮਾਮਾ ਨੂੰ। 1 ਤਰੀਕ ਨੂੰ ਦਾਇਆ ਬਾਇਆ ਤੋਂ ਬੰਦੇ ਆ ਗਏ ਸੀ, ਉਹ ਸ਼ੋਰ ਮਚਾ ਰਹੇ ਸੀ ਸਰਦਾਰਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਹੈ। ਸਰਦਾਰ ਦਾ ਇੱਕ ਬੱਚਾ ਵੀ ਨਹੀਂ ਬਚਣਾ ਚਾਹੀਦਾ, ਇਹਨਾਂ ਦਾ ਫੈਮਿਲੀ 'ਚ ਕੋਈ ਵੀ ਜਿੰਦਾ ਨਾ ਰਵੇ। ਚਾਰੋਂ ਤਰਫ ਤੋਂ ਬੰਦੇ ਆ ਗਏ, ਸਾਡੇ ਬਲੋਕ ਨੂੰ 32 ਬਲੋਕ ਨੂੰ ਤਰਲੋਕਪੁਰੀ 'ਚ ਘੇਰ ਲਿਆ ਜੀ। ਇੱਕ ਇੱਕ ਕਰਕੇ ਅੱਖਾਂ ਦੇ ਸਾਹਮਣੇ ਸਾਰਿਆਂ ਨੂੰ ਜਿੰਦਾ ਮਾਰਤਾ। ਕਿਸੇ ਦੀ ਗਰਦਨ ਕੱਟਤੀ, ਕਿਸੇ ਦਾ ਹੱਥ ਕੱਟਤਾ। ਮੈਨੂੰ ਖੁਦ ਇੰਜਰਡ ਕਰਦਾ ਸੀ, ਮੇਰਾ ਸਰ ਫੋੜਤਾ ਸੀ, ਮੇਰੇ ਤੇ ਲੱਤ ਤੇ ਚਾਕੂਆਂ ਮਾਰੇ ਸੀ, ਮੈਂ ਖੁਦ ਬੇਹੋਸ਼ ਹੋ ਗਿਆ ਸੀ। ਇੱਕ ਬੰਦੇ ਨੇ ਫਿਰ ਮੈਨੂੰ ਬਚਾਇਆ ਸੀ, ਬਜ਼ੁਰਗ ਜਿਹਾ ਸੀ। ਉਹ ਕਹਿੰਦਾ ਤੇ ਬੱਚਿਆਂ ਨੂੰ ਤਾਂ ਛੱਡ ਦਿਓ। ਤੇ ਸਾਡੇ ਨਾਲ ਤੇ ਬੜਾ ਹੀ ਜ਼ੁਲਮ ਹੋਇਆ ਜੀ, ਮਾਤਾਵਾਂ ਭੈਣਾਵਾਂ ਦਾ ਬਲਾਤਕਾਰ ਵੀ ਹੋਇਆ ਜੀ। ਬਹੁਤ ਘਰ ਲੁੱਟੇ ਗਏ, ਬਰਬਾਦ ਹੋ ਗਏ। ਇੱਥੇ ਤੱਕ ਕਿ ਜਿਹੜੇ ਮੈਂ ਸੀ ਵੱਡਾ ਘਰ 'ਚ ਹੈਗਾ ਸੀ, ਮੇਰੇ ਛੋਟੇ ਭੈਣ ਭਰਾ 2 ਹੋਰ ਹੈਗੇ ਨੇ। ਮੇਰਾ ਤਾਂ ਫਿਊਚਰ ਬਿਲਕੁਲ ਖਤਮ ਹੋ ਗਿਆ। ਮੈਂ ਉਸ ਟਾਈਮ 7ਵੀਂ 'ਚ ਪੜ੍ਹਦਾ ਸੀ। ਉਸ ਤੋਂ ਬਾਅਦ ਮੈਂ ਪੜ੍ਹਾਈ ਵੀ ਨਹੀਂ ਕਰ ਪਾਇਆ। ਔਰ ਮੈਂ ਰਾਤ ਨੂੰ ਗੱਡੀ ਚਲਾ ਕੇ, ਆਟੋ ਚਲਾ ਕੇ ਆਪਣੇ ਭੈਣ ਭਰਾਵਾਂ ਨੂੰ ਪਾਲਿਆ ਹੈ। ਸਾਡੀ ਮਦਰ ਡਿਊਟੀ ਚਲੀ ਜਾਂਦੀ ਸੀ, ਆਪਣੇ ਭੈਣ ਭਰਾ ਨੂੰ ਸੰਭਾਲ ਕੇ ਰੱਖਿਆ ਸੀ। ਕੋਸ਼ਿਸ਼ ਬਹੁਤ ਕੀਤੀ, ਮਜ਼ਦੂਰੀ ਕੀਤੀ, ਰਾਤ ਸਾਰੀ ਰਾਤ ਗੱਡੀਆਂ ਚਲਾਈਆਂ, ਪਰਿਵਾਰ ਨੂੰ ਸਾਂਭਿਆ। ਬਾਕੀ ਕੋਈ ਪਰਿਵਾਰ ਤੇ ਸਮਝ ਗਿਆ, ਬਾਕੀ 90% ਪਰਿਵਾਰ ਜੋ 1984 ਦੇ ਬੱਚੇ ਸੀ ਉਹ ਬੇਰੁਜ਼ਗਾਰ ਰਹਿ ਗਏ, ਅਨਪੜ੍ਹ ਰਹਿ ਗਏ ਔਰ ਨਸ਼ੇ ਪੱਤਿਆਂ 'ਚ ਪੜ ਗਏ। ਸਾਨੂੰ ਤੇ ਗੌਰਮੈਂਟ ਨੇ ਕੋਈ ਮਦਦ ਨਹੀਂ ਕੀਤੀ। ਹਾਂ, ਪਿੱਛੇ ਬੀਜੇਪੀ ਦੀ ਸਰਕਾਰ ਨੇ 5-5 ਲੱਖ ਰੁਪਏ ਮੋਦੀ ਨੇ ਦਿੱਤੇ ਸੀ। ਸਾਡੀ ਅਪੀਲ ਹੈਗੀ ਗੁਰਦੁਆਰਾ ਦਿੱਲੀ ਕਮੇਟੀ ਨੂੰ ਕਿ ਘੱਟ ਤੋਂ ਘੱਟ ਇੱਕ ਬੰਦੇ ਨੂੰ ਇਹ ਨੌਕਰੀ ਦੇਣ, ਚਾਹੇ ਸਕੂਲ ਹੋਣ ਕਮੇਟੀ ਦੇ, ਚਾਹੇ ਕਾਲਜ ਹੋਣ, ਚਾਹੇ ਰਕਾਬਗੰਜ ਗੁਰਦੁਆਰੇ ਹੋਣ ਜਾਂ ਪੈਨਸ਼ਨਾਂ ਕਿਤੇ ਵੀ, ਮਤਲਬ ਦਫ਼ਤਰਾਂ 'ਚ ਇੱਕ ਨੌਕਰੀ ਦੇ, ਤਾਂ ਕਿ ਸੰਸਥਾਵਾਂ ਜਿੰਨੀਆਂ ਹੈਗੀਆਂ ਸੀ ਉਹ ਮਦਦ ਇਹਨਾਂ ਨੇ ਕਿਸੇ ਨੇ ਕੀਤੀ ਨਹੀਂ। ਇਹ ਥੋੜ੍ਹੇ ਗੁਰਦੁਆਰਾ ਦਿੱਲੀ ਕਮੇਟੀ ਨੇ ਬੱਚਿਆਂ ਨੂੰ ਬਚਾਇਆ ਹੈ। ਬਾਕੀ ਉਸ ਟਾਈਮ 'ਤੇ ਤਕਰੀਬਨ ਬੱਚੇ ਅਨਪੜ੍ਹ ਰਹਿ ਗਏ। ਕੋਈ ਮਜ਼ਦੂਰੀ ਕਰ ਰਿਹਾ ਸੀ, ਕੋਈ ਫੈਕਟਰੀਆਂ 'ਚ ਕੰਮ ਕਰ ਰਿਹਾ ਸੀ, ਕੋਈ ਰਿਕਸ਼ਾ ਚਲਾ ਰਿਹਾ ਸੀ। ਛੋਟੇ ਬੱਚੇ ਸੀ, ਮਾਤਾ ਦੇ ਡਿਊਟੀ 'ਤੇ ਜਾਂਦੇ ਸੀ, ਬੱਚੇ ਆਪਣਾ ਸਾਰਾ ਦਿਨ ਇੱਧਰ ਉੱਧਰ ਘੁੰਮਦੇ ਰਹਿੰਦੇ ਸੀ। ਇਸ ਕਰਕੇ ਉਹਨਾਂ ਨੂੰ ਕੋਈ ਗਾਈਡ ਨਹੀਂ ਕਰ ਪਾਇਆ। ਸਾਡਾ ਵੱਡੇ ਬਜ਼ੁਰਗ ਤਾਂ ਹੈ ਹੀ ਨਹੀਂ ਸੀ। ਤਾਂ 84 ਦੇ ਸਾਰੇ ਸ਼ਹੀਦ ਹੋ ਗਏ। ਸਾਨੂੰ ਕੌਣ ਸਮਝਾਏ, ਕੌਣ ਬਤਾਏ ਕਿ ਕੌਣ ਪੜ੍ਹਾਏ? ਇਸ ਕਰਕੇ ਸਾਡਾ ਕਿਸੇ ਨੇ ਬਾਂਹ ਨਹੀਂ ਫੜੀ। ਇਸ ਕਰਕੇ ਸਾਡੇ ਬੱਚੇ ਜਿਹੜੇ ਉਹ ਅਨਪੜ੍ਹ ਔਰ ਬੇਰੁਜ਼ਗਾਰ ਰਹਿ ਗਏ। ਇਸ ਕਰਕੇ ਉਹਨਾਂ ਦਾ ਫਿਊਚਰ ਖਰਾਬ ਹੋ ਗਿਆ। ਕਾਂਡ ਹੋਇਆ ਹੈ, ਉਹ ਦੰਗੇ ਹੋਏ ਸੀਗੇ, ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਉਸ ਟਾਈਮ ਜੋ ਵੱਡੇ ਆਦਮੀ ਸੀਗੇ, ਬੱਚੇ ਸੀ, ਪਰਿਵਾਰ ਵਿੱਚ ਸਦੱਸਿਆ ਸੀਗੇ, ਮੇਲ ਮੈਂਬਰ, ਉਹਨਾਂ ਨੂੰ ਮਾਰ ਦਿੱਤਾ ਸੀ, ਉਹਨਾਂ ਦਾ ਕਤਲ ਕਰਤਾ। ਸਾਡੇ ਪਰਿਵਾਰ ਵਿੱਚ ਵੀ ਕਾਫੀ 10-12 ਪਰਿਵਾਰ ਦੇ ਬੰਦੇ ਸ਼ਹੀਦ ਕੀਤੇ ਗਏ ਸੀਗੇ। ਲੇਕਿਨ ਜਿਹੜੇ ਬੱਚੇ ਸੀਗੇ ਛੋਟੇ, 5 ਸਾਲ ਦਾ, ਕੋਈ 10 ਸਾਲ ਦਾ, ਕੋਈ 8 ਸਾਲ ਦਾ, ਕੋਈ 5ਵੀਂ 'ਚ ਪੜ੍ਹਦਾ ਸੀ, ਕੋਈ 7ਵੀਂ 'ਚ, ਕੋਈ 8ਵੀਂ 'ਚ, 9ਵੀਂ 'ਚ, 10ਵੀਂ 'ਚ, ਉਹ ਸਾਰੇ ਦੇ ਸਾਰੇ ਉਹ ਪੜ੍ਹਾਈ ਜਿਹੜੀ ਹੈ ਉੱਥੇ ਹੀ ਬੰਦ ਹੋ ਗਈ ਸੀ। ਕਿਉਂਕਿ ਕੋਈ ਕਮਾਉਣ ਵਾਲਾ ਨਹੀਂ ਸੀ, ਨਾ ਉਹਨਾਂ ਬੱਚਿਆਂ ਨੂੰ ਕੋਈ ਸਾਂਭਣ ਵਾਲਾ ਸੀ। ਇਕੱਲੀ ਮਾਂ ਸੀ, ਉਹਨਾਂ ਦੇ ਵਾਸਤੇ ਕਮਾ ਕੇ ਲਿਆ, ਉਹਨਾਂ ਨੂੰ ਰੋਟੀ ਖਵਾਏ। ਸਰਕਾਰ ਨੇ ਉਸ ਟਾਈਮ 10,000 ਰੁਪਏ ਮੁਆਵਜ਼ਾ ਦਿੱਤਾ ਸੀ। ਉਹਦੇ ਵਿੱਚ ਆਪਣੇ ਘਰ ਦਾ, ਕੱਪੜਿਆਂ ਦਾ ਕਰੇ, ਬਿਮਾਰੀ ਦਾ ਕਰੇ, ਰਾਸ਼ਨ ਖਿਲਾਏ, ਬੱਚਿਆਂ ਨੂੰ ਪੜ੍ਹਾਏ, ਕੀ ਕਰਾਏ। ਇਸ ਕਰਕੇ ਬੱਚੇ ਸਾਰੇ ਹੀ ਅਨਪੜ੍ਹ ਰਹਿ ਗਏ ਔਰ ਉਸ ਤੋਂ ਬਾਅਦ ਉਹ ਜਨਰੇਸ਼ਨ ਜਿਹੜੀ ਹੈ ਬਿਲकुल ख़त्म हो गई। कोई मेंबर नहीं था कमाने वाला, हम ही कमाने वाले थे। हम काम पे जाते थे तो बच्चे छोड़ जाते थे अकेले घर में। कोई चोरी करे, कोई चकारी करे। छोटे बच्चे थे, क्या करते थे? स्कूल नहीं जाते थे,
पढ़ाई नहीं करते थे, सारे अनपढ़ रह गए, सारे नशे पत्ते में बड़े होते गए, जैसे जैसे बड़े होते गए, जैसे जैसे माहौल देखते गए ऐसे ऐसे बिगड़ते गए। 2 लड़के हमारे थे, गुजर गए नशे में। काम धंधा नहीं था, पढ़ाई नहीं थी, पढ़ाई नहीं होती तो कुछ काम धंधा भी करते, काम नहीं था। गवर्नमेंट ने कहा था हमें ये नौकरी देंगे, बच्चों को पढ़ेंगे, पढ़ाई का खर्चा देंगे, हमें कुछ दिया नहीं, सिर्फ 10,000 दिए थे। 10,000 में क्या घर चलाएं, बच्चों को पढ़ाएं, जहाँ घर का खर्चा करें, और काम धंधा था नहीं कुछ, नौकरी शोकरी भी नहीं थी। काम ऐसे ही करते थे, मजदूरी दिहाड़ी करने जाते थे, उसमें बच्चे पालते थे, जहाँ उसको बच्चों को पालें, जहाँ उसमें 6 बच्चे थे हमारे, हम जहाँ पढ़ाई करें उनमें कुछ भी नहीं हुआ हमारे लिए। सरकार ने कुछ भी नहीं किया उस टाइम हमारे। अगर पढ़ाई का खर्चा करता, नौकरी वोकरी बच्चों को देते तो बच्चे हमारे जाते नहीं हाथों से। काफ़ी बच्चे हमारे तिलक विहार के अंदर काफ़ी बच्चे नशों में पड़ गए, सारे चले गए। मेरे 5 बच्चे थे जब मेरे सरदार जी ने मारा सी, कुछ भी से घर जला दिया, सब कुछ कर दिया, मैं जो भी था कर दिया, सब कुछ कर दिया। बच्चे आप किस तरह पालिए, 10-10 हज़ार देते, 10,000 से आप नौकरी करिए, जहाँ बच्चे ਨੂੰ पालिए, जहाँ बच्चों का दुख सुख करिए। मेरे बच्चे का ਲੱਤ भी कट गई सी उस टाइम, फिर भी आप किसी को सहायता नहीं मंगी सी, अज तक उन्होंने कोल किसी को सहायता नहीं मंगी सी। 35 टाके लगे मेरे बड़े लड़के को, किस को न मंगी सी। आप मेहनत मजदूरी करके अनपढ़ बच्चे रह गए, मेरे 5 बच्चे, 5 बच्चे मेरे अनपढ़ रह गए, कोई पढ़िया लिखा नहीं, बिगर नौकरी सवा कुछ रोजगार नहीं, कुछ भी नहीं। इस तरह ही करके दिक्के खा खू के आप नौकरी ते जाइए, जहाँ बच्चों को पालिए, काम ते जाना तो बच्चे पीछे आवारागर्दी करते। 3 कुड़ियाँ 2 मुंडे मेरे, पीछे आवारागर्दी। आप बच्चों को संभालिए, ਜਾਂ अपना शरीर संभालिए, ਜਾਂ उन्होंने खुराक दस रोटी दस वो करिए। आप अजे तक नौकरी कुछ भी नहीं, इन्ने साल हो गए कि हुण बच्चे तो चलो कुछ भी हो गए, हुण जो साढ़े पोती पोते हैं ना, उन्होंने तो गवर्नमेंट नौकरी दे कि उन्होंने तो जिंदगी बच सकती है ना। सरकार भी कुछ भी नहीं की किया, साढ़े बंदे लै लेते, 35 परिवार के बंदे गए हैं, नौजवान बच्चे गए हैं साढ़े, की किया सरकार ने साढ़े वास्ते? कुछ भी नहीं किया, अजे तक भी कुछ नहीं किया सरकार ने। वादा करके अज कितने साल हो गए नौकरी देवांगे, बच्चों को नौकरी देंगे, अजे तक कुछ भी नहीं। बहुत सारे बच्चे ने इस तरह नशे में, कुड़ियाँ नशे में, बच्चे मुंडे नशे में, सारे बच्चों की सारी जिंदगी खराब हो गई, जिंदगी खराब हो गई साढ़े वास्ते तो बच्चों की। पहले उन्होंने रोए, जो हुण दे बच्चों को आप रोइए, जो नौजवान बच्चे नशे करके बह जाते हैं ना, उन्होंने दुख वेखिए, जो पहले का दुख वेखिए, किस किस आप दुख वेखिए। साढ़े ਉਹ ਵੀ ਤਾਂ ਨੌਜਵਾਨ ਗਏ ਨਾ, ਬੰਦੇ ਸਾਡੇ ਨੌਜਵਾਨ ਗਏ ਨਾ। ਸਰਕਾਰਾਂ ਨੇ ਪੀੜਤ ਪਰਿਵਾਰਾਂ ਨੂੰ ਮਹਿਜ਼ 10,000 ਰੁਪਏ ਦਾ ਮੁਆਵਜ਼ਾ ਦੇ ਕੇ ਪੱਲਾ ਝਾੜ ਲਿਆ। ਬਾਅਦ ਵਿੱਚ ਕਾਂਗਰਸ ਤੇ ਭਾਜਪਾ ਸਰਕਾਰ ਵੱਲੋਂ ਕੁਝ ਮਦਦ ਭੇਜੀ ਗਈ, ਪਰ ਫਾਈਲਾਂ ਗੁੰਮ ਹੋ ਗਈਆਂ। ਦੁੱਖ ਦੀ ਘੜੀ ਵਿੱਚ ਸਿਰਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਵਾਂ ਹੀ ਸਨ ਜਿਨ੍ਹਾਂ ਨੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ। ਦਿੱਲੀ ਮਿਨੋਰਟੀ ਕਮਿਸ਼ਨ ਦੀ ਇੱਕ ਰਿਪੋਰਟ ਆਈ ਹੈ ਕਿ ਜਿਹੜੇ 1984 ਦੇ ਵਿਕਟਿਮਸ ਨੇ, ਜਿਹੜਾ ਪੈਕੇਜ ਮਿਲਿਆ ਸੀ ਡਾਕਟਰ ਮਨਮੋਹਨ ਸਿੰਘ ਵੇਲੇ, ਜਿਹਦੇ 'ਚ 776 ਕਰੋੜ ਦਾ ਸੀਗਾ, ਉਹਦੇ ਵਿੱਚ ਉਹਨਾਂ ਦੀ ਕੰਪਨਸੇਸ਼ਨ ਸੀਗੀ, ਜਿਨ੍ਹਾਂ ਦੀ ਡੈਥ ਹੋ ਗਈ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਉਹਨਾਂ ਦੀ ਕੰਪਨਸੇਸ਼ਨ ਸੀ, ਜਿਹਦਾ ਮਕਾਨ, ਗੱਡੀ, ਬਿਜ਼ਨਸ, ਦੁਕਾਨ ਸੜ ਗਈ, ਗੋਡਾਊਨ ਸੜ ਗਏ, ਉਹਨਾਂ ਦੀ ਕੰਪਨਸੇਸ਼ਨ ਸੀ। ਇੱਕ ਉਹਦੇ 'ਚ ਇੱਕ ਹੋਰ ਜਿਹੜਾ ਕੰਪੋਨੈਂਟ ਸੀਗਾ, ਉਹ ਸੀਗਾ ਕਿ ਉਹਨਾਂ ਨੂੰ ਨੌਕਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ। ਅੱਜ ਤੱਕ ਨੌਕਰੀਆਂ ਨਹੀਂ ਦਿੱਤੀਆਂ ਗਈਆਂ। 26 ਵਰ੍ਹੇ ਸਰਕਾਰ ਰਹੀ ਹੈ ਕਾਂਗਰਸ ਦੀ, ਉਹਨਾਂ ਨੇ ਇਹ ਕੰਮ ਨਹੀਂ ਹੋਣ ਦਿੱਤਾ। ਕੇਜਰੀਵਾਲ ਦੀ ਜਿਹੜੀ ਸਰਕਾਰ ਹੈਗੀ ਹੈ, ਉਸ ਕੋਲ ਜਦੋਂ ਅਸੀਂ ਅਪਰੋਚ ਕੀਤਾ ਤੇ ਉਹਨਾਂ ਨੇ ਆਖਿਆ ਕਿ ਸਾਡੇ ਕੋਲੋਂ ਫਾਈਲਾਂ ਹੀ ਗੁੰਮ ਹੋ ਗਈਆਂ ਨੇ, ਸਾਡੇ ਕੋਲ ਫਾਈਲਾਂ ਮੌਜੂਦ ਨਹੀਂ ਹੈ। ਅਸੀਂ ਸੈਂਟਰਲ ਗਵਰਨਮੈਂਟ ਨੂੰ ਔਰ ਸਟੇਟ ਗਵਰਨਮੈਂਟ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਫੌਰੀ ਤੌਰ 'ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਜਿਹੜੇ ਉਹਨਾਂ ਪਰਿਵਾਰਾਂ 'ਚੋਂ ਜਿਨ੍ਹਾਂ ਪਰਿਵਾਰਾਂ ਦੇ ਲੋਕ ਮਾਰੇ ਗਏ। ਦਿੱਲੀ ਦੇ ਵਿੱਚ 5,000 ਤੋਂ ਵੱਧ ਸਿੱਖ ਮਾਰਿਆ ਗਿਆ, ਹਿੰਦੁਸਤਾਨ 'ਚ 12,000 ਤੋਂ ਵੱਧ ਸਿੱਖ ਮਾਰਿਆ ਗਿਆ। ਕਾਂਗਰਸ ਗਵਰਨਮੈਂਟ ਨੇ, ਰਾਜੀਵ ਗਾਂਧੀ ਦੀ ਸਰਕਾਰ ਨੇ ਕੰਮ ਕੀਤਾ ਸੀਗਾ, ਇਹ ਨੌਕਰੀਆਂ ਮਿਲਣੀਆਂ ਚਾਹੀਦੀਆਂ। ਔਰ ਇਹ ਜਿਹੜੀ ਨੌਕਰੀਆਂ ਦੀ ਗੱਲ ਹੈ, ਅਸੀਂ ਜੇ ਮੈਂ ਅੱਜ ਤੁਹਾਨੂੰ ਇਸ 'ਤੇ ਬੋਲ ਰਿਹਾ ਕਿ ਦਿੱਲੀ ਸਰਕਾਰ ਦੇ ਕੋਲੋਂ ਫਾਈਲ ਗੁੰਮ ਹੈ, ਇਹਦਾ ਮਤਲਬ ਹੈ ਕਿ ਅਸੀਂ ਕਿੱਥੇ ਤੱਕ ਪਹੁੰਚਿਆ ਔਰ ਫਿਰ ਕੋਰਟ 'ਚ ਵੀ ਮੂਵ ਕੀਤਾ। ਮੈਂ ਸਮਝਦਾ ਕਿ ਸੈਂਟਰਲ ਸਰਕਾਰ ਨੂੰ ਦਖਲ ਦੇਣਾ ਚਾਹੀਦਾ, ਫਾਈਲ ਦੁਬਾਰਾ ਕਿਤੋਂ ਵੀ प्रोड्यूस करके और नौकरियां देनी चाहिए। क्योंकि कांग्रेस ने 1984 का ये कतलेआम करवाया था और ये सभी जो लोग थे उनको बसेरे जो उनके घर बाद में बनाए गए 1984 के विक्टिम्स के लिए, वो भी सज्जन कुमार ने अपने घर के आसपास बनवाए थे ताकि उनके ऊपर दहशत का माहौल बना रहे। लेकिन आम आदमी पार्टी ने ऐसा क्यों किया, ये आज तक मैं समझ नहीं पा रहा। आम आदमी पार्टी ने कांग्रेस का साथ क्यों दिया, क्यों इन 1984 के लोगों को नौकरी नहीं दी, आज तक उनके बिजली के बिलों का वसूल नहीं किया और उनको सोशली इतना पीछे फेंक दिया कि आज वो चाह कर भी इस लड़ाई को लड़ने में बहुत कमजोर और असहाय महसूस करते हैं। मैंने
बार बार ये विधानसभा में विषय उठाया था और मैंने यहां तक कहा था अगर आप ऐसा नहीं करोगे हम छोड़ने को मजबूर हो जाएंगे, लेकिन आम आदमी पार्टी के सिर के ऊपर जूं नहीं सरकी और आज ਹਾਲਾਤ आपके सामने। ਪੀੜਤ ਪਰਿਵਾਰਾਂ ਦੀ ਮਦਦ ਨੂੰ ਲੈ ਕੇ ਸਮੇਂ-ਸਮੇਂ ਦੀਆਂ ਸਾਰੀਆਂ ਸਰਕਾਰਾਂ ਭਾਵੇਂ ਉਹ ਕਾਂਗਰਸ ਹੋਵੇ ਜਾਂ ਫਿਰ ਆਪ ਦੀ ਸੂਬਾ ਸਰਕਾਰ ਸਭ ਕਟਗਰੇ ਵਿੱਚ ਖੜੀਆਂ ਨੇ। ਦਿੱਲੀ ਤੋਂ ਕਮਲ ਕੁਮਾਰ ਕਾਂਸਲ, ਦਰਸ਼ਨ ਟੀਵੀ।